ਦਰਾਣੀ ਪੈਸੇ ਕੀ ਕਮਾਉਣ ਲੱਗੀ ਹੈ, ਸਾਨੂੰ ਤਾਂ ਨੌਕਰਾਨੀ ਸਮਝਣ ਲੱਗੀ ਹੈ। ਮਹਾਰਾਣੀ ਆਪਣੀ ਨੌਕਰੀ ਕਰਕੇ ਆ ਜਾਂਦੀ ਹੈ, ਨੌਕਰੀ ਕਰਕੇ 4 ਪੈਸੇ ਕੀ ਕਮਾ ਲੈਂਦੀ ਹੈ, ਉਹ ਕਿਸੇ ਕੰਮ ਨੂੰ ਹੱਥ ਨਹੀਂ ਪਾਉਂਦੀ। ਅਸੀਂ ਦੋਵੇਂ ਉਸ ਦੀਆਂ ਨੌਕਰਾਨੀਆਂ ਹਾਂ ਜੋ ਉਸ ਨੂੰ ਗਰਮ-ਗਰਮ ਖਾਣਾ ਪਹੁੰਚਾਈਏ। ਸਾਡੇ ਦੋਹਾਂ ਨਾਲ ਨੌਕਰਾਨੀਆਂ ਵਰਗਾ ਸਲੂਕ ਕਰਦੀ ਹੈ। ਬਸ ਬਾਹਰੋਂ ਆ ਕੇ ਕਮਰੇ ਵਿੱਚ ਪਸਰ ਜਾਂਦੀ ਹੈ ਅਤੇ ਖਾਣਾ ਬਣ ਜਾਣ ਤੋਂ ਬਾਅਦ ਖਾਣ ਲਈ ਆ ਜਾਂਦੀ ਹੈ। ਸੁੱਖੀ ਦੀ ਪਤਨੀ ਲਾਡੋ ਨੇ ਆਪਣੀ ਭਰਜਾਈ ਅਵਨੀਤ ਦੀ ਗੱਲ ਵਿੱਚ ਹਾਂ ਭਰਦੇ ਹੋਏ ਕਿਹਾ, ਹਾਂ ਭਰਜਾਈ, ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਬਿਲਕੁਲ ਵੀ ਚੰਗੇ ਸੰਸਕਾਰ ਨਹੀਂ ਦਿੱਤੇ। ਇਸ ਲਈ ਤਾਂ ਇਸ ਨੂੰ ਸਿਰਫ ਨੌਕਰੀ ਤੇ ਜਾਣ ਦਾ ਪਤਾ ਹੈ, ਨਹੀਂ ਤਾਂ ਜੇ ਚੰਗੇ ਸੰਸਕਾਰ ਹੁੰਦੇ ਤਾਂ ਪਹਿਲਾਂ ਘਰ ਦੇ ਸਾਰੇ ਕੰਮ ਕਰਦੀ ਅਤੇ ਫਿਰ ਦਫ਼ਤਰ ਜਾਂਦੀ। ਅਵਨੀਤ ਨੇ ਕਿਹਾ, ਬਿਲਕੁਲ ਸੱਚ ਕਹਿ ਰਹੀ ਹੈ। ਕਿਉਂ ਜੀ ਸੰਸਕਾਰਹੀਨ ਦਰਾਣੀ ਮਿਲੀ ਹੈ। ਸਾਡੇ ਮਾਤਾ-ਪਿਤਾ ਨੇ ਸਾਨੂੰ ਅਜਿਹੇ ਚੰਗੇ ਸੰਸਕਾਰ ਦਿੱਤੇ ਸਨ, ਜਿਸ ਕਾਰਨ ਅੱਜ ਅਸੀਂ ਸਾਰਾ ਘਰ ਪਰਿਵਾਰ ਚੰਗੀ ਤਰ੍ਹਾਂ ਸੰਭਾਲ ਰਹੇ ਹਾਂ। ਅਤੇ ਇੱਕ ਉਹ ਹੈ ਜੋ ਸਵੇਰੇ ਕੰਮ ਤੇ ਜਾਂਦੀ ਹੈ ਤੇ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੀ ਹੈ। ਜੇ ਉਸ ਵਿੱਚ ਕਦਰਾਂ ਕੀਮਤਾਂ ਹੁੰਦੀਆਂ ਤਾਂ ਉਹ ਸਾਡੇ ਵਾਂਗ ਘਰ ਸੰਭਾਲ ਲੈਂਦੀ, ਪਰ ਪਤਾ ਨਹੀਂ ਅੱਜ ਦੀਆਂ ਕੁੜੀਆਂ ਨੂੰ ਕੀ ਹੋ ਗਿਆ ਹੈ। ਨੌਕਰੀ ਕਰਕੇ ਉਹ ਸਮਝਦੀਆਂ ਹਨ ਕਿ ਘਰ ਦੇ ਕੰਮਾਂ ਤੋਂ ਰਾਹਤ ਮਿਲੇਗੀ। ਸੱਚ ਤਾਂ ਇਹ ਹੈ ਕਿ ਇਹ ਸਭ ਕਦਰਾਂ ਕੀਮਤਾਂ ਦੀ ਖੇਡ ਹੈ। ਲਾਡੋ ਨੇ ਕਿਹਾ, ਭਰਜਾਈ ਜੀ, ਸਾਨੂੰ ਕੁਝ ਕਰਨਾ ਪਵੇਗਾ, ਨਹੀਂ ਤਾਂ ਸਾਡੇ ਘਰ ਦੀ ਇਹ ਛੋਟੀ ਨੂੰਹ ਹਰਦੀਪ ਸਾਡੇ ਘਰ ਤੇ ਰਾਜ ਕਰੇਗੀ ਅਤੇ ਅਸੀਂ ਦੋਵੇਂ ਉਮਰ ਭਰ ਉਸ ਲਈ ਕੰਮ ਕਰਦੇ ਰਹਾਂਗੇ। ਅਵਨੀਤ ਬੋਲੀ, ਲਾਡੋ, ਮੈਂ ਇਸ ਦਾ ਹੱਲ ਵੀ ਸੋਚ ਲਿਆ ਹੈ। ਜਦੋਂ ਹਰਦੀਪ ਦਾ ਵਿਆਹ ਹੋਇਆ ਤਾਂ ਸਾਡੀ ਸੱਸ ਕਹਿੰਦੀ ਸੀ, ਮੇਰੀ ਛੋਟੀ ਨੂੰਹ ਹੁਣੇ ਆਈ ਹੈ, ਹੌਲੀ-ਹੌਲੀ ਸਭ ਕੁਝ ਸਿੱਖ ਜਾਵੇਗੀ। ਪਰ ਹੁਣ ਹਰਦੀਪ ਦੇ ਵਿਆਹ ਨੂੰ ਅੱਧਾ ਸਾਲ ਬੀਤ ਚੁੱਕਾ ਹੈ। ਵਿਆਹ ਤੋਂ ਬਾਅਦ ਹਰਦੀਪ ਨੇ ਪਹਿਲੇ 2 ਮਹੀਨੇ ਆਪਣੇ ਪੇਕੇ ਘਰ ਤੇ ਘੁੰਮਣ ਫਿਰਨ ਵਿੱਚ ਬਿਤਾਏ ਅਤੇ ਫਿਰ ਨੌਕਰੀ ਕਰਨ ਤੋਂ ਬਾਅਦ ਸੈਟਲ ਹੋ ਗਈ ਤੇ ਹੁਣ ਉਹ ਨੌਕਰੀ ਦੇ ਨਾਂ ਤੇ ਘਰ ਦਾ ਕੰਮ ਹੀ ਨਹੀਂ ਕਰਦੀ। ਤੂੰ ਵੇਖੀ ਲਾਡੋ, ਜੇ ਅੱਜ ਰਾਤ ਨੂੰ ਮਾਤਾ ਜੀ ਨੂੰ ਇਸ ਬਾਰੇ ਸ਼ਿਕਾਇਤ ਨਹੀਂ ਕੀਤੀ ਤਾਂ ਮੇਰਾ ਨਾਮ ਵੀ ਅਵਨੀਤ ਨਹੀਂ ਹੈ। ਉਸੇ ਸਮੇਂ ਹਰਦੀਪ ਆਪਣੇ ਕਮਰੇ ਤੋਂ ਰਸੋਈ 'ਚ ਆ ਕੇ ਬੋਲੀ, ਭਰਜਾਈ ਜੀ, ਇਹਨਾਂ ਦਿਨੀ ਦਫ਼ਤਰ 'ਚ ਕੰਮ ਬਹੁਤ ਵੱਧ ਗਿਆ ਹੈ। ਇਹ ਚੰਗਾ ਹੈ ਕਿ ਤੁਸੀਂ ਦੋਵੇਂ ਘਰ ਸੰਭਾਲ ਲੈਂਦੇ ਹੋ, ਨਹੀਂ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਘਰ ਅਤੇ ਦਫ਼ਤਰ ਦੋਵੇਂ ਨੂੰ ਕਿਵੇਂ ਸੰਭਾਲਦੀ। ਉਸ ਦੀ ਗੱਲ ਸੁਣ ਕੇ ਲਾਡੋ ਨੇ ਕਿਹਾ, ਹਰਦੀਪ, ਤੈਨੂੰ ਦਫ਼ਤਰ ਵਿੱਚ ਭਲਾ ਕੀ ਕਰਨਾ ਪੈਂਦਾ ਹੈ? ਜਾਪਦਾ ਹੈ ਤੂੰ ਸਾਰਾ ਦਿਨ ਬੈਠੀ ਹੁਕਮ ਦਿੰਦੀ ਰਹਿੰਦੀ ਹੈ ਤੇ ਇੱਥੇ ਅਸੀਂ ਦੋਨੋਂ ਵਿਚਾਰੀਆਂ ਸਾਰਾ ਦਿਨ ਕੰਮ ਵਿੱਚ ਫਸੇ ਰਹਿੰਦੇ ਹਾਂ। ਅਸੀਂ ਤੇਰੇ ਨਾਲੋਂ ਜ਼ਿਆਦਾ ਥਕਾ ਦੇਣ ਵਾਲਾ ਕੰਮ ਕਰਦੇ ਹਾਂ, ਫਿਰ ਵੀ ਤੇਰੇ ਤੋਂ ਉਲਟ ਅਸੀਂ ਕਦੇ ਵੀ ਕੰਮ ਬਾਰੇ ਸ਼ਿਕਾਇਤ ਨਹੀਂ ਕੀਤੀ। ਹੁਣ ਅਵਨੀਤ ਵੀ ਕਿੱਥੇ ਚੁੱਪ ਰਹਿਣ ਵਾਲੀ ਸੀ। ਉਸਨੇ ਕਿਹਾ, ਹਾਂ ਹਰਦੀਪ, ਲਾਡੋ ਬਿਲਕੁਲ ਠੀਕ ਕਹਿ ਰਹੀ ਹੈ। ਤੂੰ ਦਫ਼ਤਰ ਤੋਂ ਆ ਕੇ ਮੰਜੇ ਤੇ ਪਸਰ ਜਾਂਦੀ ਹੈ, ਜਿਵੇਂ ਬੜਾ ਕੰਮ ਕੀਤਾ ਹੋਵੇ। ਹਰਦੀਪ ਆਪਣੀਆਂ ਦੋਵੇਂ ਭਰਜਾਈਆਂ ਦੇ ਮੂੰਹੋਂ ਨਿਕਲਦੇ ਇਹਨਾਂ ਸ਼ਬਦਾਂ ਨੂੰ ਸਮਝਦਾ ਰਹੀ ਸੀ, ਪਰ ਉਹ ਸਮਝਣਾ ਨਹੀਂ ਚਾਹੁੰਦੀ ਸੀ ਕਿਉਂਕਿ ਉਹ ਘਰ ਵਿੱਚ ਕੋਈ ਰੌਲਾ ਨਹੀਂ ਪਾਉਣਾ ਚਾਹੁੰਦੀ ਸੀ। ਇਸ ਲਈ ਹਰਦੀਪ ਨੇ ਗੱਲ ਟਾਲਦਿਆਂ ਕਿਹਾ, ਵਾਹ ਭਰਜਾਈ, ਅੱਜ ਤੁਸੀਂ ਮਟਰ ਪਨੀਰ ਬਣਾ ਲਿਆ ਹੈ, ਮੈਨੂੰ ਇਹ ਬਹੁਤ ਪਸੰਦ ਹੈ। ਅਵਨੀਤ ਨੇ ਲਾਡੋ ਨੂੰ ਹੌਲੀ ਜਿਹਾ ਕਿਹਾ, ਦੇਖ, ਇਸ ਨੂੰ ਤਾਂ ਸ਼ਰਮ ਵੀ ਨਹੀਂ ਹੈ, ਨਹੀਂ ਤਾਂ ਉਹ ਸਾਡੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਕਿਵੇਂ ਕਹਿ ਸਕਦੀ ਸੀ ਕਿ ਉਹ ਕਿਸ ਤਰ੍ਹਾਂ ਦੀ ਸਬਜ਼ੀ ਖਾਣਾ ਪਸੰਦ ਕਰਦੀ ਹੈ। ਲਾਡੋ ਨੇ ਕਿਹਾ, ਭਰਜਾਈ ਜੀ, ਉਹ ਜਾਣ-ਬੂਝ ਕੇ ਸਾਡੇ ਮੂੰਹ ਨਹੀਂ ਲੱਗਣਾ ਚਾਹੁੰਦੀ ਕਿਉਂਕਿ ਹੁਣ ਰੈਡੀਮੇਡ ਖਾਣਾ ਖਾਣ ਦੀ ਆਦਤ ਬਣ ਗਈ ਹੈ। ਉਹ ਸਾਨੂੰ ਨੌਕਰਾਨੀ ਤੋਂ ਵੱਧ ਕਿਉਂ ਸਮਝੇਗੀ? ਅਤੇ ਜਿੱਥੋਂ ਤੱਕ ਸ਼ਰਮ ਦੀ ਗੱਲ ਹੈ, ਇਸ ਨੇ ਸੰਸਕਾਰਾਂ ਨੂੰ ਆਪਣੇ ਮਾਪਿਆਂ ਦੇ ਘਰ ਗਿਰਵੀ ਰੱਖਿਆ ਹੋਇਆ ਹੈ। ਬੋਲਣ ਤੋਂ ਬਾਅਦ ਦੋਵੇਂ ਹੌਲੀ-ਹੌਲੀ ਹੱਸਣ ਲੱਗ ਪਏ। ਰਾਤ ਨੂੰ ਅਵਨੀਤ ਅਤੇ ਲਾਡੋ ਦੋਵੇਂ ਆਪਣੇ ਸੱਸ ਅਮਰਜੀਤ ਦੇ ਕਮਰੇ ਵਿੱਚ ਚਲੀ ਗਈਆਂ। ਦੋਨੋਂ ਨੂੰਹਾਂ ਨੂੰ ਦੇਖ ਕੇ ਅਮਰਜੀਤ ਜੀ ਨੇ ਕਿਹਾ, ਅੱਜ ਕੀ ਗੱਲ ਹੈ ਕਿ ਤੁਸੀਂ ਦੋਵੇਂ ਇੰਨੀ ਦੇਰ ਰਾਤ ਮੇਰੇ ਕਮਰੇ ਵਿੱਚ ਆਏ ਹੋ? ਅਵਨੀਤ ਨੇ ਕਾਹਲੀ ਨਾਲ ਕਿਹਾ, ਮਾਂ, ਅਸੀਂ ਤੁਹਾਡੀ ਛੋਟੀ ਨੂੰਹ ਹਰਦੀਪ ਬਾਰੇ ਕੁਝ ਗੱਲ ਕਰਨੀ ਹੈ। ਅਮਰਜੀਤ ਨੇ ਕਿਹਾ, ਹਰਦੀਪ ਨੇ ਅਜਿਹਾ ਕੀ ਕੀਤਾ ਹੈ ਕਿ ਤੁਸੀਂ ਦੋਵਾਂ ਨੂੰ ਇੰਨੀ ਦੇਰ ਰਾਤ ਆਉਣਾ ਪਿਆ? ਅਵਨੀਤ ਬੋਲੀ, ਮਾਂ, ਉਹ ਸਵੇਰੇ ਜਲਦੀ ਤਿਆਰ ਹੋ ਕੇ ਕੰਮ ਤੇ ਜਾਂਦੀ ਹੈ ਅਤੇ ਸ਼ਾਮ ਨੂੰ ਦੇਰ ਨਾਲ ਵਾਪਸ ਆਉਂਦੀ ਹੈ। ਉਹ ਘਰ ਦਾ ਕੋਈ ਕੰਮ ਹੀ ਨਹੀਂ ਕਰਦੀ ਹੈ। ਹੁਣ ਦੱਸੋ, ਇਹ ਕਦੋਂ ਤੱਕ ਚੱਲਦਾ ਰਹੇਗਾ? ਲਾਡੋ ਵੀ ਬੋਲ ਪਈ, ਮਾਂ, ਕੀ ਅਸੀਂ ਦੋਵੇਂ ਨੂੰਹਾਂ ਇਸ ਘਰ ਦੀਆਂ ਨੌਕਰਾਨੀਆਂ ਹਾਂ ਜੋ ਸਾਰਾ ਦਿਨ ਘਰ ਦਾ ਕੰਮ ਕਰਦੀਆਂ ਰਹਿੰਦੀਆਂ ਹਨ?
ਅਤੇ ਉਹ ਰਾਣੀ ਬਸ ਕਮਾਉਣ ਜਾਂਦੀ ਹੈ ਅਤੇ ਵਾਪਸ ਆ ਕੇ ਮੰਜੇ ਤੇ ਲੰਬੀ ਹੋ ਜਾਂਦੀ ਹੈ। ਅਮਰਜੀਤ ਨੇ ਦੋਹਾਂ ਨੂੰਹਾਂ ਦੀ ਗੱਲਾਂ ਸੁਣ ਕੇ ਕਿਹਾ, ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ, ਮੈਂ ਉਸ ਦੀ ਅਕਲ ਨੂੰ ਸਿੱਧਿਆਂ ਕਰ ਦੇਵਾਂਗੀ। ਸੱਸ ਦੀ ਗੱਲ ਸੁਣ ਕੇ ਦੋਵੇਂ ਨੂੰਹ ਖੁਸ਼ ਹੋ ਗਈਆਂ ਅਤੇ ਆਪਣੇ ਆਪਣੇ ਕਮਰੇ ਵਿੱਚ ਚਲੀਆਂ ਗਈਆਂ ਅਤੇ ਅਗਲੇ ਦਿਨ ਦੀ ਬੇਸਬਰੀ ਨਾਲ ਉਡੀਕ ਕਰਨ ਲੱਗੀਆਂ। ਅਗਲੇ ਦਿਨ ਸਵੇਰੇ ਅਮਰਜੀਤ ਜੀ ਹਾਲ ਵਿੱਚ ਬੈਠ ਕੇ ਚਾਹ ਪੀ ਰਹੇ ਸਨ ਜਦੋਂ ਹਰਦੀਪ ਦਫ਼ਤਰ ਜਾਣ ਲਈ ਤਿਆਰ ਹੋ ਕੇ ਆਪਣੇ ਕਮਰੇ ਤੋਂ ਬਾਹਰ ਆਈ ਤਾਂ ਅਮਰਜੀਤ ਨੇ ਕਿਹਾ, ਨੂੰ ਰਾਣੀ, ਮੈਂ ਮੰਨਦੀ ਹਾਂ ਕਿ ਤੁਸੀਂ ਨੌਕਰੀ ਕਰਦੇ ਹੋ, ਪਰ ਨੌਕਰੀ ਦੇ ਨਾਲ ਨਾਲ ਘਰ ਦੇ ਕੰਮਾਂ ਵਿੱਚ ਬਰਾਬਰ ਦੀ ਮਦਦ ਕਰਨਾ ਵੀ ਤੁਹਾਡਾ ਫਰਜ਼ ਹੈ। ਦੋਵੇਂ ਨੂੰਹਾਂ ਸਾਰਾ ਦਿਨ ਘਰ ਦਾ ਕੰਮ ਕਰਦੀਆਂ ਰਹਿਣ ਅਤੇ ਛੋਟੀ ਨੂੰ ਸਿਰਫ ਕਮਾਈ ਵੱਲ ਧਿਆਨ ਦੇਵੇ, ਇਹ ਗਲਤ ਹੈ ਨਾ? ਅੱਜ ਸ਼ਾਮ ਤੋਂ ਤੁਹਾਨੂੰ ਵੀ ਇਹਨਾਂ ਦੋਹਾਂ ਦੇ ਬਰਾਬਰ ਕੰਮ ਕਰਨਾ ਪਵੇਗਾ, ਕਿਉਂਕਿ ਸਾਂਝੇ ਪਰਿਵਾਰ ਵਿੱਚ ਸਾਰਿਆਂ ਦੇ ਬਰਾਬਰ ਫਰਜ਼ ਹਨ। ਸੱਸ ਦੀਆਂ ਗੱਲਾਂ ਸੁਣ ਕੇ ਰਸੋਈ ਵਿੱਚ ਅਵਨੀਤ ਤੇ ਲਾਡੋ ਦੋਵੇਂ ਬਹੁਤ ਖੁਸ਼ ਹੋ ਗਈਆਂ ਤੇ ਦੂਜੇ ਪਾਸੇ ਹਰਦੀਪ ਇਹ ਸਭ ਸੁਣ ਕੇ ਉਦਾਸ ਹੋ ਗਈ, ਕਿਉਂਕਿ ਕੰਮ ਤੋਂ ਪਰਤਣ ਤੋਂ ਬਾਅਦ ਉਸ ਕੋਲ ਇੰਨੀ ਸਮਰੱਥਾ ਨਹੀਂ ਬਚਦੀ ਸੀ। ਫਿਰ ਵੀ ਉਸਨੇ ਆਪਣੀ ਸੱਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਾ ਸਮਝਿਆ, ਇਸ ਲਈ ਉਹ ਚੁੱਪ ਰਹੀ ਅਤੇ ਮੰਨ ਗਈ। ਨੂੰਹਾਂ ਦੇ ਸਹੁਰੇ ਇੰਦਰਪਾਲ ਜੀ, ਜੋ ਆਪਣੇ ਕਮਰੇ ਵਿੱਚ ਦੁਕਾਨ ਤੇ ਜਾਣ ਲਈ ਤਿਆਰ ਹੋ ਰਹੇ ਸਨ, ਇਹ ਸਭ ਸੁਣ ਰਹੇ ਸਨ। ਉਹ ਸਾਰਿਆਂ ਦੀ ਗੱਲ ਸੁਣਦੇ ਸਨ, ਪਰ ਜਦੋਂ ਉਹ ਆਪ ਬੋਲਦੇ ਤਾਂ ਸਾਰਿਆਂ ਨੂੰ ਉਹਨਾਂ ਦੀ ਗੱਲ ਮੰਨਣੀ ਪੈਂਦੀ। ਸ਼ਾਮ ਨੂੰ ਜਦੋਂ ਹਰਦੀਪ ਦਫ਼ਤਰ ਤੋਂ ਆ ਕੇ ਰਸੋਈ 'ਚ ਗਈ ਤਾਂ ਦੇਖਿਆ ਕਿ ਦੋਵੇਂ ਭਰਜਾਈਆਂ ਨੇ ਕੁਝ ਵੀ ਤਿਆਰ ਨਹੀਂ ਕੀਤਾ ਸੀ। ਦੋਵੇਂ ਆਰਾਮ ਨਾਲ ਟੀਵੀ ਦੇਖ ਰਹੀਆਂ ਸਨ। ਹਰਦੀਪ ਦੇ ਰਸੋਈ ਵਿੱਚ ਜਾਣ ਤੋਂ ਬਾਅਦ ਉਹ ਦੋਵੇਂ ਵੀ ਰਸੋਈ ਵਿੱਚ ਆ ਗਏ। ਅਵਨੀਤ ਨੇ ਮੁਸਕਰਾਉਂਦੇ ਹੋਏ ਕਿਹਾ, ਹਰਦੀਪ, ਤੂੰ ਪਹਿਲੇ ਆਟਾ ਗੁੰਨ ਲੈ, ਲਾਡੋ ਸਬਜ਼ੀ ਕੱਟੇਗੀ ਅਤੇ ਮੈਂ ਦਾਲ ਬਣਾਉਣ ਦੀ ਤਿਆਰੀ ਕਰਦੀ ਹਾਂ। ਤਿੰਨਾਂ ਨੇ ਮਿਲ ਕੇ ਖਾਣਾ ਬਣਾਇਆ ਅਤੇ ਅੰਤ ਵਿੱਚ ਦੋਵੇਂ ਹਰਦੀਪ ਲਈ ਸਾਰੇ ਭਾਂਡੇ ਛੱਡ ਕੇ ਆਪਣੇ ਕਮਰੇ ਵਿੱਚ ਚਲੇ ਗਏ। ਹਰਦੀਪ ਸਾਰੇ ਭਾਂਡੇ ਧੋ ਕੇ ਆਪਣੇ ਕਮਰੇ ਵਿੱਚ ਜਾ ਕੇ ਸੋ ਗਈ। ਥਕਾਵਟ ਕਾਰਨ ਸਵੇਰੇ ਦੇਰ ਨਾਲ ਜਦੋਂ ਅੱਖ ਖੁੱਲ੍ਹੀ ਤਾਂ ਦੇਖਿਆ ਕਿ 7 ਵੱਜ ਚੁੱਕੇ ਸਨ ਅਤੇ 8 ਵਜੇ ਦਫ਼ਤਰ ਲਈ ਨਿਕਲਣਾ ਸੀ। ਜਦੋਂ ਹਰਦੀਪ ਰਸੋਈ ਵਿੱਚ ਗਈ ਤਾਂ ਦੇਖਿਆ ਕਿ ਦੋਵੇਂ ਭਰਜਾਈਆਂ ਨੇ ਕੁਝ ਨਹੀਂ ਕੀਤਾ ਸੀ, ਆਰਾਮ ਨਾਲ ਚਾਹ ਪੀ ਰਹੀਆਂ ਸਨ। ਹਰਦੀਪ ਕੋਲ ਜ਼ਿਆਦਾ ਸਮਾਂ ਨਹੀਂ ਸੀ ਅਤੇ ਘਰ ਦੇ ਸਾਰੇ ਕੰਮ ਬਾਕੀ ਸਨ, ਇਸ ਲਈ ਉਸ ਨੂੰ ਅੱਜ ਦਫ਼ਤਰ ਤੋਂ ਛੁੱਟੀ ਲੈਣੀ ਪਈ। ਹੁਣ ਇਹ ਨਿਯਮ ਬਣ ਗਿਆ ਸੀ। ਹੁਣ ਹਰ ਰੋਜ਼ ਹਰਦੀਪ ਸਵੇਰੇ 5 ਵਜੇ ਉੱਠਦੀ ਸੀ ਅਤੇ ਨਾਸ਼ਤਾ ਬਣਾ ਕੇ ਹੀ ਦਫ਼ਤਰ ਜਾਂਦੀ ਸੀ। ਸ਼ਾਮ ਨੂੰ ਆ ਕੇ ਉਹ ਸਾਰਾ ਕੰਮ ਨਿਬੇੜ ਕੇ ਦੇਰ ਨਾਲ ਸੌਂਦੀ ਸੀ। 2 ਮਹੀਨੇ ਲਗਾਤਾਰ ਅਜਿਹਾ ਕੰਮ ਕਰਨ ਤੋਂ ਬਾਅਦ ਹਰਦੀਪ ਥਕਾਵਟ ਕਾਰਨ ਬਿਮਾਰ ਰਹਿਣ ਲੱਗੀ। ਉਸ ਦੀ ਹਾਲਤ ਦੇਖ ਕੇ ਉਸ ਦਾ ਪਤੀ ਪਰਮੀਤ ਬਹੁਤ ਦੁਖੀ ਹੁੰਦਾ ਸੀ, ਪਰ ਉਸ ਦੀ ਮਦਦ ਨਹੀਂ ਕਰ ਸਕਦਾ ਸੀ ਅਤੇ ਇਸ ਬੇਵਸੀ ਨੇ ਉਸ ਨੂੰ ਹੋਰ ਵੀ ਪਰੇਸ਼ਾਨ ਕਰ ਦਿੱਤਾ ਸੀ। ਪਰ ਸਾਂਝੇ ਪਰਿਵਾਰ ਵਿੱਚ ਸਭ ਤੋਂ ਛੋਟਾ ਪੁੱਤਰ ਹੋਣ ਕਾਰਨ ਉਸਨੇ ਕਿਸੇ ਨੂੰ ਕੁਝ ਨਹੀਂ ਕਿਹਾ। ਪਰ ਹੁਣ ਉਸ ਦੀ ਇਹ ਸਮੱਸਿਆ ਉਸ ਦੇ ਚਿਹਰੇ ਤੇ ਦਿਖਾਈ ਦੇਣ ਲੱਗੀ ਸੀ। ਤਿੰਨੋਂ ਭਰਾ ਇਕੱਠੇ ਆਪਣੇ ਪਿਤਾ ਇੰਦਰਪਾਲ ਦੇ ਨਾਲ ਆਪਣੀ ਗਹਿਣਿਆਂ ਦੀ ਦੁਕਾਨ ਚਲਾਉਂਦੇ ਸਨ। ਆਖਰ ਇੱਕ ਦਿਨ ਪਰਮੀਤ ਨੂੰ ਲਗਾਤਾਰ ਪਰੇਸ਼ਾਨ ਦੇਖ ਕੇ ਇੰਦਰਪਾਲ ਜੀ ਨੇ ਉਸ ਨੂੰ ਇਕੱਲਿਆਂ ਬੁਲਾ ਕੇ ਪੁੱਛਿਆ। ਪਹਿਲਾਂ ਤਾਂ ਪਰਮੀਤ ਨਾ ਨੁਕਰ ਕਰਦਾ ਰਿਹਾ, ਪਰ ਜਦੋਂ ਇੰਦਰਪਾਲ ਜੀ ਨੇ ਬਾਰ-ਬਾਰ ਪੁੱਛਿਆ ਤਾਂ ਉਹ ਟੁੱਟ ਗਿਆ ਅਤੇ ਆਪਣੀ ਬੇਬਸੀ ਦੱਸਦੇ ਹੋਏ ਰੋਣ ਲੱਗ ਪਿਆ। ਸਭ ਕੁਝ ਸੁਣਨ ਤੋਂ ਬਾਅਦ ਇੰਦਰਪਾਲ ਜੀ ਨੂੰ ਸਾਰਾ ਮਾਮਲਾ ਸਮਝ ਆ ਗਿਆ ਅਤੇ ਕਿਹਾ, ਬੇਟਾ ਕੋਈ ਗੱਲ ਨਹੀਂ, ਇਹ ਸਭ ਮੇਰੇ ਤੇ ਛੱਡ ਦੇ ਅਤੇ ਹੁਣ ਨਿਸ਼ਚਿੰਤ ਹੋ ਜਾਓ। ਪਰਮੀਤ ਲਈ ਆਪਣੇ ਪਿਤਾ ਤੋਂ ਇਹ ਸੁਣਨਾ ਹੀ ਕਾਫੀ ਸੀ, ਕਿਉਂਕਿ ਸਾਰਾ ਪਰਿਵਾਰ, ਰਿਸ਼ਤੇਦਾਰ ਅਤੇ ਸਮਾਜ ਜਾਣਦਾ ਸੀ ਕਿ ਇੰਦਰਪਾਲ ਜੀ ਆਪਣੇ ਬਚਨਾਂ ਦੇ ਧਾਰਨੀ ਸਨ। ਖੈਰ, ਜਦੋਂ ਪਰਿਵਾਰ ਦੇ ਸਾਰੇ ਮੈਂਬਰ ਰਾਤ ਦੇ ਖਾਣੇ ਤੇ ਇਕੱਠੇ ਹੋਏ ਤਾਂ ਇੰਦਰਪਾਲ ਜੀ ਨੇ ਕੁਝ ਅਜਿਹਾ ਕਿਹਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਹਨਾਂ ਨੇ ਕਿਹਾ, ਤੁਸੀਂ ਸਾਰੇ ਮੇਰੀ ਗੱਲ ਧਿਆਨ ਨਾਲ ਸੁਣੋ, ਕੱਲ ਤੋਂ ਇਹ ਕੰਮ ਕਰਨਾ ਹੈ। ਪਿਛਲੇ ਕੁਝ ਦਿਨਾਂ ਤੋਂ ਮੈਂ ਦੇਖਿਆ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਬਰਾਬਰ ਕੰਮ ਨਹੀਂ ਕਰ ਰਹੇ ਸਨ। ਹੁਣ ਸਭ ਨੂੰ ਸਭ ਕੁਝ ਕਰਨਾ ਹੈ। ਕੱਲ ਤੋਂ ਦੋਵੇਂ ਨੂੰਹਾਂ ਸਵੇਰੇ ਤੋਂ ਰਾਤ ਤੱਕ ਦੁਕਾਨ ਦਾ ਚਾਰਜ ਸੰਭਾਲ ਲੈਣਗੀਆਂ, ਜਿਵੇਂ ਤਿੰਨਾਂ ਮੁੰਡਿਆਂ ਨੇ ਸੰਭਾਲਿਆ ਹੈ। ਛੋਟੀ ਨੂੰਹ ਆਪਣੀ ਨੌਕਰੀ ਕਰਦੀ ਰਹੇ
ਅਤੇ ਹਾਂ, ਇੱਕ ਗੱਲ ਧਿਆਨ ਵਿੱਚ ਰੱਖਣਾ ਕਿ ਘਰ ਦਾ ਕੋਈ ਵੀ ਕੰਮ ਨਹੀਂ ਛੁੱਟਣਾ ਚਾਹੀਦਾ। ਤਿੰਨੋਂ ਨੂੰਹਾਂ ਆਪਸ ਵਿੱਚ ਸੋਚ ਕੇ ਦੱਸੋ, ਕਿਉਂਕਿ ਕੱਲ ਤੋਂ ਸਾਰਿਆਂ ਨੇ ਆਪਣੀ ਆਪਣੀ ਜ਼ਿੰਮੇਵਾਰੀਆਂ ਸੰਭਾਲਣੀਆਂ ਹਨ। ਇੰਦਰਪਾਲ ਜੀ ਚੁੱਪ ਹੋ ਗਏ ਅਤੇ ਖਾਣਾ ਖਾਣ ਲੱਗ ਪਏ। ਪਰਿਵਾਰ ਦੇ ਬਾਕੀ ਜੀਆਂ ਦੇ ਮੂੰਹ ਮੁਰਝਾ ਗਏ ਸਨ। ਅਵਨੀਤ ਅਤੇ ਲਾਡੋ ਕੋਲੋਂ ਕੁਝ ਨਹੀਂ ਕਿਹਾ ਜਾ ਰਿਹਾ ਸੀ ਅਤੇ ਹਰਦੀਪ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ, ਪਰ ਅਮਰਜੀਤ ਜੀ ਨੂੰ ਸਭ ਕੁਝ ਸਮਝ ਆ ਗਿਆ ਸੀ ਅਤੇ ਆਪਣੀ ਗਲਤੀ ਦਾ ਵੀ ਅਹਿਸਾਸ ਹੋ ਗਿਆ ਸੀ ਕਿ ਦੋਵਾਂ ਨੂੰਹਾਂ ਦੀਆਂ ਗੱਲਾਂ 'ਚ ਫਸ ਕੇ ਉਸਨੇ ਹਰਦੀਪ ਨੂੰ ਝਿੜਕਿਆ। ਉਸਨੇ ਅਵਨੀਤ ਅਤੇ ਲਾਡੋ ਨੂੰ ਬੁਲਾਇਆ ਅਤੇ ਪੁੱਛਿਆ, ਤੁਸੀਂ ਦੋਵਾਂ ਨੇ ਕੀ ਸੋਚਿਆ ਹੈ? ਕੱਲ ਨੂੰ ਕੀ ਕਰਨਾ ਹੈ? ਹੁਣ ਤੱਕ ਅਵਨੀਤ ਅਤੇ ਲਾਡੋ ਵੀ ਸਮਝ ਚੁੱਕੀਆਂ ਸਨ ਕਿ ਇਹ ਸਭ ਸਾਡੇ ਲਈ ਹੀ ਕੀਤਾ ਗਿਆ ਸੀ। ਅਵਨੀਤ ਨੇ ਕਿਹਾ, ਮਾਂ, ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਗੱਲ ਤਾਂ ਕੁਝ ਵੀ ਨਹੀਂ ਸੀ, ਅਸੀਂ ਵਧਾ ਕੇ ਪੂਰੇ ਪਰਿਵਾਰ ਨੂੰ ਮੁਸੀਬਤ ਵਿੱਚ ਪਾ ਦਿੱਤਾ। ਅਸੀਂ ਘਰ ਅਤੇ ਦੁਕਾਨ ਦੋਨੋਂ ਇਕੱਠੇ ਕਿਵੇਂ ਸੰਭਾਲ ਸਕਾਂਗੇ? ਲਾਡੋ ਨੇ ਕਿਹਾ, ਮਾਤਾ ਜੀ, ਅਸੀਂ ਸਮਝ ਗਏ ਹਾਂ ਕਿ ਪਰਿਵਾਰ ਤਾਂ ਹੀ ਖੁਸ਼ ਰਹਿ ਸਕਦਾ ਹੈ ਜੇਕਰ ਪਰਿਵਾਰ ਦੇ ਸਾਰੇ ਮੈਂਬਰ ਆਪੋ ਆਪਣੇ ਕੰਮ ਕਰਦੇ ਰਹਿਣ। ਕਿਰਪਾ ਕਰਕੇ ਸਾਨੂੰ ਮਾਫ ਕਰੋ। ਅਸੀਂ ਸਮਝ ਗਏ ਕਿ ਬਾਹਰਲੇ ਕੰਮ ਦੇ ਨਾਲ ਨਾਲ ਸਾਰਾ ਘਰ ਦਾ ਪ੍ਰਬੰਧ ਕਰਨਾ ਕਿੰਨਾ ਔਖਾ ਹੈ। ਇਸੇ ਦੌਰਾਨ ਇੰਦਰਪਾਲ ਜੀ ਹਰਦੀਪ ਨੂੰ ਨਾਲ ਲੈ ਕੇ ਅੰਦਰ ਆਏ ਅਤੇ ਕਹਿਣ ਲੱਗੇ, ਕੀ ਕਰਨਾ ਚਾਹੀਦਾ ਹੈ? ਦੋਵੇਂ ਨੂੰਹਾਂ ਨੇ ਇਕੱਠੇ ਹੋ ਕੇ ਕਿਹਾ, ਉਹ ਆਪਣੀ ਨੌਕਰੀ ਕਰਦੇ ਰਹੇ, ਅਸੀਂ ਉਸ ਦੇ ਨਾਲ ਹਾਂ। ਹਰਦੀਪ ਨੇ ਮੁਸਕਰਾ ਕੇ ਦੋਹਾਂ ਨੂੰ ਜੱਫੀ ਪਾ ਲਈ ਅਤੇ ਇੰਦਰਪਾਲ ਜੀ ਮੁਸਕਰਾਉਂਦੇ ਹੋਏ ਕਮਰੇ ਤੋਂ ਬਾਹਰ ਚਲੇ ਗਏ। ਤੁਹਾਨੂੰ ਕਹਾਣੀ ਕਿਵੇਂ ਲੱਗੀ? ਕਿਰਪਾ ਕਰਕੇ ਸਾਨੂੰ ਆਪਣੇ ਵਿਚਾਰ ਦੱਸੋ। ਜੇ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ ਜੀ। ਧੰਨਵਾਦ।